ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 106 ਅੰਗ ਤੇ 41ਵਾਂ ਸ਼ਬਦ ਮਾਝ ਰਾਗ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਫਰਮਾਉਂਦੇ ਹਨ ਕਿ ਸੰਸਾਰ ਦੇ ਅੰਦਰ ਜਿਸ ਤਰ੍ਹਾਂ ਮੀਂਹ ਪੈਣ ਦੇ ਨਾਲ ਸ਼ਾਂਤੀ ਆਉਂਦੀ ਹੈ ਅਤੇ ਠੰਡ ਘਟ ਜਾਂਦੀ ਹੈ, ਜਿਸ ਦੇ ਨਾਲ ਫਿਰ ਬੱਦਲਵਾਈ ਹੋ ਜਾਂਦੀ ਹੈ ਅਤੇ ਜੀਵਾਂ ਨੂੰ ਘੁੱਟਣ ਮਹਿਸੂਸ ਹੁੰਦੀ ਹੈ। ਕਈ ਪ੍ਰਕਾਰ ਦੀਆਂ ਅਲਾਮਤਾਂ ਖੜੀਆਂ ਹੋ ਜਾਂਦੀਆਂ ਨੇ। ਅਕਾਲ ਪੁਰਖ ਵਾਹਿਗੁਰੂ ਨੇ ਇਹੋ ਜਿਹਾ ਸਿਸਟਮ ਬਣਾਇਆ ਕਿ ਆਪਣੇ ਸਮੇਂ ਅਨੁਸਾਰ ਫਿਰ ਮੀਂਹ ਆ ਜਾਂਦਾ ਅਤੇ ਫਿਰ ਸ਼ਾਂਤੀ ਕਰ ਦਿੰਦਾ। ਇਹਦੇ ਪ੍ਰਮਾਣ ਦੇ ਨਾਲ ਸਤਿਗੁਰੂ ਮਹਾਰਾਜ ਨੇ ਗੁਰਾਂ ਨੂੰ ਬੱਦਲ ਬਣਾ ਕੇ ਉਪਦੇਸ਼ ਦੀ ਵਰਖਾ ਜੋ ਸਤਿਗੁਰੂ ਕਰਦੇ ਨੇ ਉਹਦੇ ਨਾਲ ਜਿਹੜੀ ਸ਼ਾਂਤੀ ਆਉਂਦੀ, ਮਨ ਨੂੰ ਇਕਾਗਰਤਾ ਬਣਦੀ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਹਨ। ਮਾਝ ਮਹੱਲਾ ਪੰਜਵਾਂ। ਪਾਰ ਬ੍ਰਹਮ ਪ੍ਰਭ ਮੇਘ ਪਠਾਇਆ, ਜਲ ਥਲ ਮਹੀਲ ਦਹਿ ਦਿਸ ਵਰਸਾਇਆ। ਜਿਸ ਵੇਲੇ ਪਾਰ ਬ੍ਰਹਮ ਪਰਮੇਸ਼ਰ ਜੀ ਨੇ ਕਿਰਪਾ ਕੀਤੀ, ਗੁਰੂ ਰੂਪ ਜਿਹੜਾ ਮੇਘ ਤੋਂ ਭਾਵ ਬੱਦਲ ਨੂੰ ਪਠਾਇਆ ਹੁੰਦਾ, ਭੇਜਿਆ, ਤਾਂ ਉਹਨਾਂ ਨੇ ਜਲਾਂ ਥਲਾਂ ਤੇ ਮਹੀ ਹੁੰਦੀ ਪ੍ਰਿਥਵੀ, ਅਲ ਹੁੰਦਾ ਆਕਾਸ਼, ਇਹ ਸਾਰਿਆਂ ਥਾਵਾਂ ਤੇ ਦਸ਼ੋ ਦਿਸ਼ਾ ਦੇ ਵਿੱਚ ਸਤਿਗੁਰੂ ਜੀ ਨੇ ਨਾਮ ਦਾ ਮੀਂਹ ਵਰਸਾ ਦਿੱਤਾ। ਇਹਦੇ ਨਾਲ ਕੀ ਲਾਭ ਹੋਇਆ? ਪ੍ਰਤੱਖ ਮੀਂਹ ਦੇ ਨਾਲ, ਜਿਵੇਂ ਸ੍ਰਿਸ਼ਟੀ ਤੇ ਜੇਠ ਹਾੜ ਦੇ ਮਹੀਨੇ 'ਚ ਬਹੁਤ ਗਰਮੀ ਹੁੰਦੀ ਹੈ, ਮੀਂਹ ਪੈਣ ਨਾਲ ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਨਾਲ ਸ਼ਾਂਤ ਭਈ ਬੁਝੀ ਸਭ ਤ੍ਰਿਸ਼ਨਾ, ਆਨੰਦ ਭਇਆ ਸਭ ਠਾਈ ਜੀਉ। ਨਾਮ ਦੇ ਪ੍ਰਤਾਪ ਕਰਕੇ ਸਾਰੀ ਦੁਨੀਆ ਦੇ ਵਿੱਚ ਸ਼ਾਂਤੀ ਹੋ ਗਈ। ਸੋ ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ, ਸੱਚਾ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਜਦੋਂ ਧਰਤੀ ਦੇ ਉੱਤੇ ਬਹੁਤ ਸਾਰੀ ਜਲਨ ਪੈਦਾ ਹੋ ਜਾਂਦੀ, ਸੰਸਾਰ ਦੇ ਜੀਵ ਈਰਖਾ, ਤ੍ਰਿਸ਼ਨਾ, ਦਵੈਸ਼ ਦੇ ਵਿੱਚ ਵਿਸ਼ਿਆਂ ਦੀ ਅੱਗ ਵਿੱਚ ਸੜਨ ਲੱਗ ਜਾਂਦੇ ਨੇ। ਇੱਕ ਦੂਜੇ ਨਾਲੋਂ ਸ੍ਰਿਸ਼ਟੀ 'ਚ ਜੀਵਾਂ ਦਾ ਪਿਆਰ ਘਟ ਜਾਂਦਾ ਹੈ, ਈਰਖਾ ਦਵੈਸ਼ ਖੜੀ ਹੋ ਜਾਂਦੀ ਹੈ। ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਦੇ ਨੇ। ਸ਼ਾਂਤ ਭਈ ਬੁਝੀ ਸਭ ਤ੍ਰਿਸ਼ਨਾ, ਨਾਮ ਦੇ ਪ੍ਰਤਾਪ ਕਰਕੇ ਸਾਰੀ ਦੁਨੀਆ ਵਿੱਚ ਸ਼ਾਂਤੀ ਹੋ ਗਈ ਅਤੇ ਆਨੰਦ ਭਇਆ ਸਭ ਠਾਈ ਜੀਉ। ਸਭਨਾਂ ਦੀ ਤ੍ਰਿਸ਼ਨਾ ਰੂਪ ਅੱਗ ਬੁਝ ਗਈ। ਇਸ ਕਰਕੇ ਜਿਹੜੇ ਜਲਾਂ ਵਿੱਚ ਰਹਿਣ ਵਾਲੇ ਜੀਵ ਸੀ ਉਹਨਾਂ ਨੂੰ ਵੀ ਸ਼ਾਂਤੀ ਹੋ ਗਈ, ਥਲਾਂ ਦੇ ਵਿੱਚ ਰਹਿਣ ਵਾਲੇ ਜੀਵ ਸੀ ਉਹਨਾਂ ਨੂੰ ਵੀ ਸ਼ਾਂਤੀ ਹੋ ਗਈ, ਪ੍ਰਿਥਵੀ ਦੇ ਉੱਤੇ ਰਹਿਣ ਵਾਲੇ ਉਹਨਾਂ ਨੂੰ ਵੀ ਸ਼ਾਂਤੀ ਹੋ ਗਈ, ਤੇ ਆਕਾਸ਼ਾਚਾਰੀ ਜੀਵ ਜਿਹੜੇ ਆਕਾਸ਼ ਵਿਚਰਦੇ ਸੀ ਉਹਨਾਂ ਨੂੰ ਵੀ ਸ਼ਾਂਤੀ ਹੋ ਗਈ। ਸੁਖ ਦਾਤਾ ਦੁਖ ਭੰਜਨ ਹਾਰਾ, ਆਪੇ ਬਖਸ਼ ਕਰੇ ਜੀ ਸਾਰਾ। ਉਹ ਵਾਹਿਗੁਰੂ ਸੁਖਾਂ ਦਾ ਦਾਤਾ ਹੈ ਅਤੇ ਦੁੱਖਾਂ ਦੇ ਨਾਸ ਕਰਨ ਵਾਲਾ, ਕਿਉਂਕਿ ਉਹ ਵਾਹਿਗੁਰੂ ਤਾਂ ਸਿਰਫ ਸੁਖ ਹੀ ਸੁਖ ਦਾ, ਜਿਵੇਂ ਸੁੱਖਾਂ ਦਾ ਸਮੁੰਦਰ ਹੋਵੇ, ਉਹਦੇ ਵਿੱਚ ਵੜ ਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਬਹੁਤ ਦੁੱਖ ਹੋਇਆ, ਕਿਉਂਕਿ ਉਹ ਤਾਂ ਸੁੱਖ ਹੀ ਸੁੱਖ ਹੈ। ਜਿਵੇਂ ਖੰਡ ਮਿੱਠੀ ਹੀ ਮਿੱਠੀ ਹੈ, ਬਰਫ਼ ਠੰਡੀ ਹੀ ਠੰਡੀ ਹੈ, ਇਸੇ ਤਰ੍ਹਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੁਭਾਅ ਬੜਾ ਹੀ ਕੋਮਲ, ਮਿੱਠਾ, ਮਿਠਾਸ ਵਾਲਾ ਹੈ। ਵਾਹਿਗੁਰੂ ਆਪ ਹੀ ਜੀਵਾਂ ਦੇ ਔਗੁਣਾਂ ਨੂੰ ਬਖਸ਼ ਕੇ ਉਹਨਾਂ ਦੀ ਸਾਰ ਸੰਭਾਲ ਕਰਦੇ ਨੇ। ਸੋ ਜਿਵੇਂ ਜਲ ਹੁੰਦਾ ਪਦਾਰਥ, ਪਦਾਰਥਾਂ ਵਿੱਚ ਰਹਿਣ ਕਰਕੇ ਜੀਵ ਨੂੰ ਜਲ ਮਹਿ ਅਗਨ ਉਠੀ ਅਧਿਕਾਏ। ਜਿਵੇਂ ਭਗਤ ਕਬੀਰ ਜੀ ਨੇ ਵਚਨ ਕੀਤਾ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉਠੀ ਅਧਿਕਾਏ। ਇਹ ਕੀ ਭਾਵ ਹੋਇਆ ਕਿ ਪਾਣੀ ਦੀ ਪਿਆਸ ਨਹੀਂ ਜਾਂਦੀ ਤੇ ਪਾਣੀ ਵਿੱਚ ਰਹਿੰਦਿਆਂ ਹੋਰ ਅਗਨੀ ਜ਼ਿਆਦਾ ਲੱਗ ਗਈ। ਕਬੀਰ ਜੀ ਕਹਿਣ ਲੱਗੇ ਇਹਦਾ ਭਾਵ ਇਹ ਹੈ, ਪਦਾਰਥਾਂ ਰੂਪੀ ਪਾਣੀ ਵਿੱਚ ਰਹਿਣ ਕਰਕੇ ਬੰਦੇ ਨੂੰ ਪਦਾਰਥਾਂ ਦੀ ਹੋਰ ਅੱਗ ਲੱਗਦੀ, ਹੋਰ ਤ੍ਰਿਸ਼ਨਾ ਪੈਦਾ ਹੁੰਦੀ ਵੀ ਇਹ ਥੋੜੇ ਹੈ, ਹੋਰ ਆ ਜਾਣ, ਹੋਰ ਆ ਜਾਣ, ਹੋਰ ਵੱਧ ਜਾਣ। ਇਸ ਕਰਕੇ ਸਤਿਗੁਰੂ ਜੀ ਨੇ ਬਰਸਾਤ ਕੀਤੀ ਉਪਦੇਸ਼ ਦੀ ਕਿ ਤ੍ਰਿਸ਼ਨਾ ਜੀਵਾਂ ਦੀ ਮੇਟ ਦਿੱਤੀ, ਜਿਹੜੇ ਪਦਾਰਥਾਂ ਰੂਪੀ ਜਲ ਵਿੱਚ ਰਹਿਣ ਵਾਲੇ ਸੀ। ਇਸੇ ਤਰ੍ਹਾਂ ਜਿਹੜੇ ਲੋਕ ਜਲ ਧਾਰਾ ਕਰਨ ਵਾਲੇ ਸੀ ਉਹਨਾਂ ਨੂੰ ਵੀ ਸ਼ਾਂਤੀ ਨਾ ਆਈ,
ਉਹ ਪਾਣੀ ਦੇ ਥੱਲੇ ਹੀ ਖੜੇ ਰਹਿੰਦੇ ਨੇ, ਜਾਂ ਪਾਣੀ 'ਚ 12-12 ਸਾਲ ਖੜੇ ਰਹਿਣਾ। ਪਾਣੀ 'ਚ ਖੜਨ ਨਾਲ ਕੋਈ ਅੰਦਰ ਸ਼ਾਂਤੀ ਪੈਦਾ ਨਹੀਂ ਹੁੰਦੀ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਇਸੇ ਤਰ੍ਹਾਂ ਹੀ ਜਿਹੜੇ ਜਲ ਪਾਣੀ ਚੱਲੇ ਨਿਵਾਣ ਨੂੰ, ਪਾਣੀ ਦਾ ਸੁਭਾਅ ਹੁੰਦਾ ਨੀਵੇਂ ਥਾਂ ਨੂੰ ਜਾਣਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਲ ਵਾਂਗੂ ਦਰਵੀ ਭੂਤ ਸੀ, ਨੀਵੇਂ ਥਾਂ ਨੂੰ, ਨਿਮਰਤਾ ਤਾਂ ਰੱਖੀ ਬਹੁਤ ਪਰ ਭਗਤੀ ਨਾ ਕੀਤੀ। ਸਤੋ ਗੁਣੀ ਪੁਰਸ਼, ਉਹਨਾਂ ਨੂੰ ਵੀ ਸਤਿਗੁਰੂ ਨੇ ਉਪਦੇਸ਼ ਦੇ ਕੇ ਨਾਮ ਦੀ ਵਰਖਾ ਕਰਕੇ ਸਤੋ ਗੁਣੀਆਂ ਨੂੰ ਵੀ ਚੌਥੇ ਪਦ ਵਿੱਚ ਲੈ ਕੇ ਗਏ ਨੇ। ਕਿਉਂਕਿ ਤਮੋ ਗੁਣ ਤੋਂ ਬਾਅਦ ਦੂਜਾ ਰਜੋ ਗੁਣ, ਤੀਜਾ ਸਤੋ ਗੁਣ ਤੇ ਚੌਥਾ ਆ ਜਾਂਦਾ ਹੈ ਜੋ 3 ਗੁਣਾਂ ਤੋਂ ਉੱਪਰ ਚੌਥੀ ਪਦਵੀ ਆ ਜਾਂਦੀ, ਤੁਰੀਆ ਅਵਸਥਾ। ਇਸ ਤਰ੍ਹਾਂ ਮਹਾਰਾਜ ਨੇ ਜਿਹੜੇ ਸੀ ਜਲ ਵਰਗੇ, ਜਲ ਵਿੱਚ ਰਹਿਣ ਵਾਲੇ, ਸੋ ਜਲ ਵਾਂਗੂ ਦਰਵੀ ਭੂਤ, ਤ੍ਰਿਸ਼ਨਾ ਦਾ ਜਲ, ਇਹ ਸਾਰੇ ਪ੍ਰਕਾਰ ਦੇ ਜਿਹੜੇ ਜਲਾਂ ਦੇ ਅਰਥ ਨੇ, ਇਹ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਸਿੰਘਾਂ ਨੂੰ ਬਖਸ਼ਿਸ਼ ਕੀਤੇ ਸੀ। ਇਸ ਤੋਂ ਪਹਿਲਾਂ ਇਹਨਾਂ ਅਰਥਾਂ ਨੂੰ ਕਿਸੇ ਨੇ ਸੰਸਾਰ ਅੰਦਰ ਪ੍ਰਗਟ ਨਹੀਂ ਸੀ ਕੀਤਾ, ਕਿਉਂਕਿ ਜਲ ਤੋਂ ਹੀ ਇੱਕ ਚੀਜ਼ ਲੈਣੀ ਆਪਾਂ ਨੇ, ਜਲ। ਸੋ ਇਹਦੇ ਨਾਲ ਨਾਲ ਜਿਹੜੇ ਜਲਚਰ ਸਨ, ਜਲ ਦੇ ਵਿੱਚ ਜੀਵ ਰਹਿਣ ਵਾਲੇ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼੍ਰੀ ਲੰਕਾ ਦੇ ਕੋਲ ਸਮੁੰਦਰ ਦੇ ਉੱਤੇ ਜਾ ਰਹੇ ਸੀ, ਰਸਤੇ ਵਿੱਚ ਇਉਂ ਹੋ ਗਿਆ ਜਿਵੇਂ ਧਰਤੀ ਆ ਗਈ, ਕਾਫੀ ਲੰਬਾ ਮਗਰਮੱਛ ਉਹਦੇ ਉੱਤੇ ਤੁਰੇ ਜਾ ਰਹੇ। ਜਦੋਂ ਬਿਲਕੁਲ ਸਿਰੇ ਤੇ ਚਲੇ ਗਏ, ਉਹਦੇ ਸਿਰ ਤੇ ਪਹੁੰਚ ਗਏ, ਭਾਈ ਮਰਦਾਨਾ ਇੱਕਦਮ ਡਰ ਗਏ, ਮਹਾਰਾਜ ਇਹ ਤਾਂ ਮਗਰਮੱਛ ਹੈ, ਇਹ ਧਰਤੀ ਤਾਂ ਹੈ ਹੀ ਨਹੀਂ। ਸਤਿਗੁਰੂ ਕਹਿੰਦੇ ਕੋਈ ਨਹੀਂ ਮਰਦਾਨਾ, ਇਹਦਾ ਆਪਾਂ ਭਲਾ ਕਰਨਾ ਹੈ। ਮਗਰਮੱਛ ਨੂੰ ਸਤਿਗੁਰਾਂ ਨੇ ਆਪਣੀ ਕਿਰਪਾ ਦੁਆਰਾ ਸੋਝੀ ਪਾ ਦਿੱਤੀ। ਉਹਨੂੰ ਕਹਿਣ ਲੱਗੇ ਭਈ ਸਾਡੇ ਭਾਈ ਮਰਦਾਨੇ ਨੂੰ ਆਪਣਾ ਹਾਲ ਸੁਣਾ, ਮਗਰਮੱਛ ਬਣਿਆ ਕਿਵੇਂ। ਉਹ ਕਹਿਣ ਲੱਗਾ ਜਨਕ ਰਾਜੇ ਦੇ ਸਮੇਂ ਤੇ ਮੈਂ ਪਾਣੀ ਵਿੱਚ ਖੜਾ ਕਰ ਰਿਹਾ ਸੀ ਜਲ ਧਾਰਾ, 12 ਸਾਲ ਦੀ ਮੇਰੀ ਅਰਦਾਸ ਸੀ। 12 ਸਾਲਾਂ ਬਾਅਦ ਜਨਕ ਰਾਜਾ ਜੀ ਨੇ ਮੈਨੂੰ ਕੱਢਣਾ ਸੀ ਆ ਕੇ। ਕਹਿੰਦੇ ਉਹ 11 ਸਾਲਾਂ ਬਾਅਦ ਹੀ ਆ ਗਏ। ਆ ਕੇ ਕਹਿਣ ਲੱਗੇ ਭਗਤਾ ਬਾਹਰ ਆ ਜਾ, ਤੇਰੀ ਭਗਤੀ ਪੂਰੀ ਹੋ ਗਈ, ਤੈਨੂੰ 12 ਸਾਲ ਦੀ ਲੋੜ ਨਹੀਂ, 11 ਸਾਲ ਵਿੱਚ ਹੀ ਤੇਰਾ ਭਲਾ ਕਰ ਦਿੰਦੇ ਆ। ਉਹ ਕਹਿਣ ਲੱਗਿਆ ਨਹੀਂ ਜੀ ਮੈਂ ਨਹੀਂ ਆਉਣਾ ਬਾਹਰ, ਮੇਰੀ ਤਾਂ ਅਰਦਾਸ ਹੈ 12 ਸਾਲਾਂ ਦੀ। ਕਹਿੰਦੇ ਜਦੋਂ ਅਸੀਂ ਕਹਿੰਦੇ ਆ ਵੀ 1 ਸਾਲ ਦਾ ਫਲ ਅਸੀਂ ਤੈਨੂੰ ਵੈਸੇ ਦੇ ਦਿਆਂਗੇ, ਨਹੀਂ ਜੀ ਮੈਂ ਨਹੀਂ ਬਾਹਰ ਆਉਣਾ। ਕਹਿੰਦਾ ਮੈਂ ਜਦੋਂ ਤੀਜੀ ਵਾਰ ਕਿਹਾ ਬਚਨ ਮੋੜ ਦਿੱਤਾ। ਕਹਿੰਦੇ ਚੰਗਾ ਜਾ ਫਿਰ ਜਲ ਦਾ ਹੀ ਜੰਤੂ ਬਣ ਜਾ, ਫਿਰ ਰਹਿ ਪਾਣੀ 'ਚ। ਕਹਿੰਦੇ ਉਹਨਾਂ ਦੇ ਸਰਾਪ ਕਰਕੇ ਮਗਰਮੱਛ ਬਣਨ ਦੀ ਜੂਨੀ ਮਿਲੀ। ਫਿਰ ਮੈਂ ਬਹੁਤ ਘਿਆ ਕੇ ਬੇਨਤੀ ਕੀਤੀ ਕਿ ਇਹ ਦੂਰ ਕਿਵੇਂ ਹੋਵੇਗਾ, ਹੁਣ ਕਿਰਪਾ ਕਰੋ ਮੇਰਾ ਭਲਾ ਵੀ ਹੋਵੇ। ਕਹਿੰਦੇ ਜਦ ਕਲਯੁਗ ਦਾ ਸਮਾਂ ਹੋਵੇਗਾ, ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਗੁਰੂ ਨਾਨਕ ਰੂਪ ਧਾਰਨ ਕਰਕੇ ਸਮੁੰਦਰ ਦੇ ਉੱਤੋਂ ਤੁਰ ਕੇ ਜਾਣਗੇ ਜਾਂ ਤੇਰੇ ਤੱਕ ਪਹੁੰਚਣਗੇ, ਉਦੋਂ ਤੈਨੂੰ ਗੁਰਮੰਤਰ ਦੇਣਗੇ। ਫਿਰ ਆਪਣਾ 8 ਪਹਿਰ ਤੇ ਇੱਥੋਂ ਅਭਿਆਸ ਕਰਾ ਕੇ ਤੈਨੂੰ ਤਾਰਨਗੇ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਮਗਰਮੱਛ ਨੂੰ ਕਹਿਣ ਲੱਗੇ ਅਸੀਂ ਤੇਰੇ ਉੱਤੇ ਹੀ ਬੈਠ ਜਾਂਦੇ ਇੱਥੇ, ਤੈਨੂੰ ਦਿਨੇ 8 ਪਹਿਰ ਭਾਵ 24 ਘੰਟੇ ਤੂੰ ਵਾਹਿਗੁਰੂ ਮੰਤਰ ਦਾ ਅਭਿਆਸ ਕਰ। ਵਾਹਿਗੁਰੂ ਮੰਤਰ ਦਾ ਅਭਿਆਸ ਕਰਵਾ ਕੇ ਉਹਨੂੰ ਤਾਰਿਆ ਸੀ। ਇਸ ਕਰਕੇ ਸਤਿਗੁਰੂ ਜਿਹੜੇ ਨੇ ਉਹ ਜਲਾਂ ਵਿੱਚ ਵੀ ਉਪਦੇਸ਼ ਕਰਦੇ ਨੇ, ਥਲਾਂ ਦੇ ਵਿੱਚ ਜਿੱਥੇ ਮਾਰੂ ਥਲ ਨੇ, ਜਿੱਥੇ ਬਿਲਕੁਲ ਚਾਰੇ ਪਾਸੇ ਰੇਗਿਸਤਾਨ ਮਿੱਟੀ ਮਿੱਟੀ ਹੈ, ਉੱਥੇ ਵੀ ਜਾ ਕੇ ਉਪਦੇਸ਼ ਕਰਦੇ ਨੇ। ਥਲਾਂ ਵਾਂਗੂ ਖੁਸ਼ਕ ਜਿਹੜੇ ਨਾਸਤਕ ਲੋਕ ਨੇ, ਸੱਜਣ ਠੱਗ ਵਰਗੇ, ਉਹਨਾਂ ਨੂੰ ਵੀ ਉਪਦੇਸ਼ ਕਰਨ ਹਾਰੇ ਸਤਿਗੁਰੂ ਹਨ। ਥਲਾਂ ਵਿੱਚ ਟਿੱਬੇ ਹੁੰਦੇ ਉੱਚੇ ਉੱਚੇ, ਜਿਨ੍ਹਾਂ ਦੇ ਮਨ ਦੇ ਅੰਦਰ ਬੜਾ ਹੰਕਾਰ ਹੁੰਦਾ, ਬਲੀ ਕੰਧਾਰੀ ਵਰਗਿਆਂ ਨੂੰ, ਉਹਨਾਂ ਨੂੰ ਵੀ ਤਾਰਿਆ ਗੁਰਾਂ ਨੇ। ਇਸ ਕਰਕੇ ਥਲਾਂ ਤੋਂ ਭਾਵ ਜਿੱਥੇ ਖੁਸ਼ਕੀ ਛਾਈ ਹੋਈ ਆ, ਜਿੱਥੇ ਪ੍ਰੇਮ ਭਾਵਨਾ ਹੈ ਹੀ ਨਹੀਂ, ਉਹਨਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰੇਮ ਭਾਵਨਾ ਵੱਲ ਪ੍ਰੇਰਿਆ। ਮਹੀ, ਇਹ 2 ਚੀਜ਼ਾਂ ਇਕੱਠੀਆਂ ਆਉਂਦੀਆਂ ਹਮੇਸ਼ਾ, ਮਹੀ ਅਲ ਨਾਮ ਆਕਾਸ਼ ਦਾ, ਮਹੀ ਨਾਮ ਧਰਤੀ ਦਾ। ਜਿਹੜੇ ਲੋਕ ਪ੍ਰਿਥਵੀ ਵਾਂਗੂ ਬਿਲਕੁਲ ਸਿੱਧੇ ਨੇ, ਔਰ ਪ੍ਰਿਥਵੀ ਜਿਵੇਂ ਪੈਰਲਲ ਹੁੰਦੀ ਹੈ, ਇਸ ਤਰ੍ਹਾਂ ਸਿੱਧੇ ਸਾਦੇ ਮਨਾਂ ਵਾਲੇ। ਮਹੀ ਧਰਤੀ ਤੋਂ ਭਾਵ ਜਿਵੇਂ ਧਰਤੀ ਵਿੱਚ ਧੀਰਜ ਹੁੰਦਾ, ਧੀਰਜ ਧਾਰੀ ਜਿਹੜੇ ਲੋਕ ਹੁੰਦੇ ਨੇ,
ਧੀਰਜਧਾਰੀ ਲੋਕਾਂ ਉੱਤੇ ਕਿਰਪਾ ਕਰਦੇ ਨੇ ਸੱਚੇ ਪਾਤਸ਼ਾਹ। ਇਸੇ ਪ੍ਰਕਾਰ ਮਹੀ ਜਿਹੜੀ ਬੁੱਧੀ ਰੂਪ ਧਰਤੀ ਆ ਉਹਦੇ ਉੱਤੇ ਵੀ ਉਪਦੇਸ਼ ਦੀ ਵਰਖਾ ਕਰਦੇ ਨੇ। ਗੁਰੂ ਨਾਨਕ ਸਾਹਿਬ ਨੇ ਤਾਂ ਪ੍ਰਤੱਖ ਸਾਰੀ ਧਰਤੀ ਤੇ ਹੀ ਆਪ ਪੈਦਲ ਯਾਤਰਾ ਕਰਕੇ ਪ੍ਰਿਥਵੀ ਨੂੰ ਉਪਦੇਸ਼ ਕੀਤਾ ਹੈ, ਕਿਉਂਕਿ ਪ੍ਰਿਥਵੀ ਨੇ ਤਾਂ ਅਰਦਾਸ ਕੀਤੀ ਸੀ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਤਾਈਓ ਮਹਾਰਾਜ ਨੇ ਪ੍ਰਿਥਵੀ ਸਾਰੀ ਨੂੰ ਤਾਰਿਆ, ਬਖਸ਼ਿਸ਼ਾਂ ਕੀਤੀਆਂ ਨੇ। ਅਲ ਹੁੰਦਾ ਆਕਾਸ਼, ਆਕਾਸ਼ ਵਿੱਚ ਹੁੰਦੇ ਨੇ ਜਿਹੜੇ ਗਗਨ, ਆਕਾਸ਼ ਉਪਰ ਗਗਨ, ਗਗਨ ਪਰ ਗੋਰਖ ਤਾਕਾ ਆਗਮ ਗੁਰੂ ਪੁਨ ਵਾਸੀ, ਜਿਵੇਂ ਕਿਹਾ ਇਹ ਗਗਨ ਜਿਹੜੇ 10 ਦੁਆਰੀਏ ਹੁੰਦੇ ਨੇ, 10ਵੇਂ ਦੁਆਰ ਤੱਕ ਪਹੁੰਚ ਗਏ, ਯੋਗਾਨੰਦ ਦੀ ਪ੍ਰਾਪਤੀ ਕਰ ਲਈ ਸਿੱਧਾਂ ਨੇ, ਪਰ ਉਹਨਾਂ ਨੂੰ ਸਿੱਧਾਂ ਨੂੰ ਯੋਗਾਨੰਦ ਹੀ ਮਿਲ ਸਕਿਆ, ਬ੍ਰਹਮਾਨੰਦ ਦੀ ਪ੍ਰਾਪਤੀ ਨਾ ਹੋਈ। ਤੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਮੇਰ ਪਰਬਤ ਤੇ ਜਾ ਕੇ ਸਿੱਧਾਂ ਨੂੰ ਜਿਹੜਾ ਉਪਦੇਸ਼ ਕੀਤਾ ਸੀ, ਆਕਾਸ਼ ਭਾਵ ਸੁਮੇਰ ਪਰਬਤ ਹੈ ਵੀ ਉੱਪਰ ਹੀ ਆ, ਔਰ ਇੱਥੇ ਜਾ ਕੇ ਸਿੱਧਾਂ ਨੂੰ ਉਪਦੇਸ਼ ਕੀਤਾ। ਗਗਨ ਤੋਂ ਭਾਵ ਜਿਹੜੇ 10ਵੇਂ ਦੁਆਰ ਵਾਲੇ, ਗਗਨ ਤੋਂ ਭਾਵ ਆਕਾਸ਼ ਤੱਤ ਹੈ। ਇਹ ਬੜੀ ਡੂੰਘੀ ਚੀਜ਼ ਹੈ, ਜਿਹੜੀ ਕਥਾ ਆਤਮ ਗਿਆਨ ਦੀ ਪਹਿਲਾਂ ਭਰੀ ਹੋਈ ਉਹਦੇ ਵਿੱਚ ਆਇਆ, ਕਿਉਂਕਿ ਜਿਹੜਾ ਆਪਣਾ ਹਿਰਦਾ ਹੈ ਜਾਂ 10ਵਾਂ ਦੁਆਰ ਹੈ ਇਹ ਆਕਾਸ਼ਵਤ ਹੈ। ਖਾਲੀ ਪਲਾੜ ਨੂੰ ਆਕਾਸ਼ ਕਹਿੰਦੇ ਆ। ਇੱਕ ਹੁੰਦਾ ਸਭ ਤੋਂ ਪਹਿਲਾਂ ਘਟਾਕਾਸ਼, ਜਿਵੇਂ ਘੜਾ ਅੰਦਰੋਂ ਖਾਲੀ ਹੁੰਦਾ, ਉਹ ਵੀ ਆਕਾਸ਼ ਤੱਤ ਹੈ, ਉਹਦੇ ਵਿੱਚ ਵੀ ਖਾਲੀ ਥਾਂ 'ਚ। ਸੋ ਇਸ ਤਰ੍ਹਾਂ ਮਟਾਕਾਸ਼, ਮੱਟ ਜਿਵੇਂ ਮੱਠ ਮਕਾਨ ਆਦਿਕ ਹੁੰਦੇ ਨੇ, ਇਹਨਾਂ ਵਿੱਚ ਖਾਲੀ ਥਾਂ ਵੀ ਆਕਾਸ਼ ਤੱਤ ਹੈ। ਇੱਕ ਹੁੰਦਾ ਮੇਘਾਕਾਸ਼, ਬੱਦਲਾਂ ਦੇ ਥੱਲੇ ਥੱਲੇ ਜਿਹੜਾ ਥਾਂ ਖਾਲੀ ਹੈ, ਉੱਪਰ ਬੱਦਲ ਧਰਤੀ ਤੱਕ, ਇਹਨੂੰ ਮੇਘਾਕਾਸ਼ ਕਹਿੰਦੇ ਨੇ। ਇੱਕ ਜਿਹੜਾ ਸਾਰਿਆਂ ਨਾਲੋਂ ਵੱਡਾ ਆਕਾਸ਼ ਹੁੰਦਾ, ਇਸੇ ਤਰ੍ਹਾਂ ਹੀ ਚਿਦਾਕਾਸ਼, ਇਹ ਸਾਰੇ ਆਕਾਸ਼ਾਂ ਵਿੱਚ ਆ ਜਾਂਦੇ, ਕਿਉਂਕਿ ਆਕਾਸ਼ ਦਾ ਤੱਤ ਹੈ ਸਾਡਾ 10ਵਾਂ ਦੁਆਰ ਤੇ ਸਾਡਾ ਹਿਰਦਾ। ਉੱਥੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਧਾਂ ਨੂੰ ਉਪਦੇਸ਼ ਕੀਤਾ। ਆਕਾਸ਼ ਦੇ ਵਿੱਚ ਜਿਵੇਂ ਇੱਕ ਗੁਣ ਹੈ, ਨਿਰਖੋਭ ਹੈ ਉਹ, ਕੋਈ ਕੁਛ ਕਹੀ ਜਾਵੇ ਆਕਾਸ਼ ਨੂੰ, ਕੋਈ ਤੀਰ ਮਾਰੇ, ਗੋਲੀ ਮਾਰੇ, ਗੋਲਾ ਮਾਰੇ, ਆਕਾਸ਼ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਕਈ ਵਾਰੀ ਪ੍ਰਾਪਤੀ ਦੇ ਵਿੱਚ ਅੜਿੱਕਾ ਪਿਆ ਐਸੇ ਲੋਕਾਂ ਨੂੰ ਵੀ, ਉਹਨਾਂ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕਰਕੇ ਵੱਡੇ ਥਾਂ ਦੇ ਉੱਤੇ ਪਹੁੰਚਾਇਆ। ਪ੍ਰਮਾਣ ਵਜੋਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਕੋਈ ਬੰਦਿਆਂ ਦੇ ਅੰਦਰ ਹੰਕਾਰ ਸੀ, ਜਿਸ ਤਰ੍ਹਾਂ 10ਵੇਂ ਪਾਤਸ਼ਾਹ ਦੀ ਸਾਖੀ ਹੈ, 700 ਮਰੀਦ ਲੈ ਕੇ ਜਦੋਂ ਆਇਆ, ਮੱਥਾ ਟੇਕਿਆ ਮਹਾਰਾਜ ਨੂੰ ਸਾਰਿਆਂ ਨੇ। ਬਾਅਦ ਵਿੱਚ ਪੀਰ ਬੁੱਧੂ ਸ਼ਾਹ ਨੇ ਆ ਕੇ ਸਤਿਗੁਰੂ ਨੂੰ ਮੱਥਾ ਨਾ ਟੇਕਿਆ ਤੇ ਹੱਥ ਮਿਲਾਉਣ ਲੱਗ ਪਿਆ। ਮਹਾਰਾਜ ਨੇ ਵੀ ਹੱਥ ਮਿਲਾ ਲਿਆ, ਕੋਲ ਬੈਠ ਗਿਆ। ਬੈਠਾ ਬੈਠਾ ਪ੍ਰਸ਼ਨ ਕਰਨ ਲੱਗਿਆ, ਕਹਿਣ ਲੱਗਿਆ ਫਕੀਰੀ ਕੀ ਤੇ ਰਾਜ ਕੀ, ਵੀ ਨਾਲੇ ਤੁਸੀਂ ਫਕੀਰੀ ਧਾਰੀ ਗੁਰੂ ਨਾਨਕ ਦਾ ਘਰ ਹੈ, ਨਾਲੇ ਗੱਦੀ, ਨਾਲੇ ਕਲਗੀ ਜਿਗਾ, ਸ਼ਸਤਰ ਬਸਤਰ, ਘੋੜੇ, ਰਾਜ ਸਾਜ। ਸਤਿਗੁਰੂ ਨੇ ਉਸੇ ਵਕਤ ਜਵਾਬ ਦਿੱਤਾ, ਕਹਿੰਦੇ ਫਕੀਰੀ ਕੀ ਤੇ ਹੰਕਾਰ ਕੀ। ਉਸੇ ਵਕਤ ਉੱਠ ਕੇ ਚਰਨਾਂ ਤੇ ਮੱਥਾ ਟੇਕਣ ਲੱਗ ਪਿਆ। ਮਹਾਰਾਜ ਕਹਿੰਦੇ ਜਦੋਂ ਫਕੀਰੀ ਧਾਰ ਲਈ ਤਾਂ ਹੰਕਾਰ ਕਾਹਦਾ ਕੀਤਾ ਤੂੰ, ਵੀ 700 ਮਰੀਜ਼ਾਂ ਦੇ ਸਾਹਮਣੇ ਬੇਇੱਜ਼ਤੀ ਹੁੰਦੀ ਤੇਰੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਜਿਹੜੇ ਆਲ ਆਕਾਸ਼ ਤੱਕ ਚਲੇ ਗਏ ਸੀ, ਬਹੁਤ ਉਚਾਈਆਂ ਤੱਕ ਜਾਣ ਵਾਲਿਆਂ ਨੂੰ ਵੀ ਸੱਚੇ ਪਾਤਸ਼ਾਹ ਨੇ ਥੱਲੇ ਲਾ ਲਿਆਂਦਾ। ਸਿੱਧਾਂ ਨੇ ਕਿਹਾ ਅਸੀਂ ਲੁਪਤ ਜਾਂਦੇ ਹਾਂ, ਆਕਾਸ਼ ਵਿੱਚ ਉੱਡ ਗਏ ਸਿੱਧ ਮਹਾਰਾਜ ਦੀ ਖੜਾਮ ਨਹੀਂ ਥੱਲੇ ਲਾ ਲਿਆਂਦੇ। ਕਿਉਂ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਰ ਬ੍ਰਹਮ ਪ੍ਰਭ ਮੇਘ ਪਠਾਇਆ, ਜਲ ਥਲ ਮਹੀ ਅਲ ਦਹਿ ਦਿਸ ਵਰਸਾਇਆ। ਗੁਰੂ ਸਾਹਿਬ ਨੇ ਬਾਣੀ ਦਾ ਬੱਦਲ 10 ਦਿਸ਼ਾ ਤੱਕ ਹੀ ਵਰਸਾਇਆ। 10 ਦਿਸ਼ਾ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਸੋ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕਉ ਸਾਂਝਾ ਬਖਸ਼ਿਸ਼ ਕੀਤਾ ਮਹਾਰਾਜ ਜੀ ਨੇ। ਆਕਾਸ਼ਚਾਰੀ, ਪਤਾਲ ਵਾਸੀ, ਪ੍ਰਿਥਵੀ ਦੇ ਵਾਸੀ, ਪੂਰਬ ਪੱਛਮ, ਉੱਤਰ ਦੱਖਣ। ਸੋ ਇਸ ਤਰੀਕੇ ਨਾਲ ਇਹਨਾਂ ਦੇ 4 ਉਪ ਦਿਸ਼ਾਵਾਂ ਹੁੰਦੀਆਂ, ਅਗਨ ਕੋਣ, ਅਵੈਵ ਕੋਣ ਆਦਿਕ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀਆਂ ਦਿਸ਼ਾਵਾਂ ਦੇ ਵਿੱਚ ਨਾਮ ਦੀ ਵਰਖਾ ਗੁਰੂ ਨਾਨਕ ਸਾਹਿਬ ਨੇ ਆ ਕੇ ਕੀਤੀ ਸਾਰਿਆਂ ਮੱਤਾਂ ਵਾਲਿਆਂ ਨੂੰ। ਤੋ ਇਸ ਤਰ੍ਹਾਂ ਜਿਵੇਂ ਕੋਈ ਪਹਾੜਾਂ ਦੇ ਵਿੱਚ ਰਹਿੰਦਾ ਸੀਗਾ, ਕਾਫੀ ਪਹੁੰਚਿਆ ਹੋਇਆ ਸੰਤ ਮਹਾਤਮਾ ਸਿੱਧਾਂ ਦਾ, ਇਹ ਗੱਲ ਕਾਫੀ ਸਮੇਂ ਦੀ ਹੋਣੀ, ਕੋਈ 50 ਸਾਲ ਦੀ। ਉਹਦਾ ਘੱਟੋ ਘੱਟ 100 ਚੇਲਾ ਸੀ। ਉਹ ਉੱਡ ਕੇ ਚਲਿਆ ਜਾਂਦਾ ਜਿੱਥੇ ਜੀ ਕਰਦਾ ਸੀ।
ਸ਼ਕਤੀ ਬਹੁਤ ਸੀ ਉਹਦੇ 'ਚ। ਉਹ ਇੱਕ ਵਾਰ ਆਪਣਾ 100 ਦਾ 100 ਚੇਲਾ ਲੈ ਕੇ ਹਰਿਮੰਦਰ ਸਾਹਿਬ ਆਇਆ। ਜਦ ਆ ਕੇ ਜਦ ਬੈਠਾ, ਮੱਥਾ ਟੇਕਿਆ, ਕੀਰਤਨ ਸੁਣਿਆ, ਬਾਹਰ ਆ ਕੇ ਬੜਾ ਸਿਰ ਹਿਲਾਵੇ ਬਾਰ-ਬਾਰ। ਚੇਲੇ ਕਹਿਣ ਲੱਗੇ, ਮਹਾਰਾਜ ਕੀ ਗੱਲ, ਤੁਸੀਂ ਅੱਜ ਬੜੇ ਜਿਵੇਂ ਬੰਦਾ ਕੋਈ ਪਛਤਾਵਾ ਜਿਹਾ ਕਰਦਾ ਵੀ ਇਉਂ ਕਿਉਂ ਕਰਦੇ ਹੋ? ਕਹਿੰਦੇ हमने तो सारी जिंदगी खाक ही छानी, जो कुछ था वो तो हरमंदर साहब में ही था जिसको मैं ढूंढ रहा था। इस करके ਜਿਹੜੇ बड़े बड़े अपने आप ਨੂੰ ਕਹਾਉਂਦੇ ਨੇ ਪਹੁੰਚੇ ਹੋਏ, ਉਹ ਜਦੋਂ ਹਰਮੰਦਰ ਸਾਹਿਬ ਆਉਂਦੇ ਨੇ, ਜਿਹੜੇ ਰਸ ਨੂੰ ਉਹ ਲੱਭਦੇ ਫਿਰਦੇ ਨੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਉੱਥੇ ਜਾ ਕੇ ਰਸ ਮਿਲਦਾ ਮਹਾਰਾਜ ਦੀ ਕਿਰਪਾ ਨਾਲ। ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ ਆਪਣੇ ਗੁਰਸਿੱਖਾਂ ਨੂੰ ਦਸੋ ਦਿਸ਼ਾ 'ਚ, ਅੱਜ ਗੁਰੂ ਗ੍ਰੰਥ ਸਾਹਿਬ ਦਸੋ ਦਿਸ਼ਾ 'ਚ ਪ੍ਰਕਾਸ਼ਮਾਨ ਨੇ। ਆਪਣੇ ਕੀਤੇ ਨੂੰ ਆਪ ਪ੍ਰਤਪਾਲੇ, ਪੈ ਪੈਰੀ ਤਿਸਹਿ ਮਨਾਈ ਜੀਓ। ਆਪਣੇ ਕੀਤੇ ਹੋਏ ਪ੍ਰਪੰਚ ਸੰਸਾਰ ਨੂੰ ਆਪ ਹੀ ਪਾਲਦਾ ਹੈ, ਆਪਣੀ ਨਿਗਾਹ ਵਿੱਚ ਰੱਖ ਕੇ। ਮੈਂ ਚਰਨੀ ਪੈ ਕੇ ਉਹਨੂੰ ਮਨਾ ਰਿਹਾ, ਬਸ ਉਹਨੂੰ ਮੰਨਣਾ, ਉਹਦੀ ਮਨੌਤ ਕਰਨੀ। ਕਿਹੜੀ ਮਨੌਤ? ਕਿ ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ, ਸਭ ਕੁਝ ਤੂੰ ਹੀ ਹੈ। ਬਸ ਇਹੀ ਮਨਾਉਣਾ ਹੈ, ਜਿਹੜਾ ਇਹੀ ਮੈਂ ਮੰਨਦਾ ਕਿ ਤੂੰ ਹੀ ਰੂਪ, ਤੂੰ ਹੀ ਰੰਗ, ਸਭ ਕੁਝ ਤੂੰ ਆਪ ਹੀ ਹੈ। ਜਿਵੇਂ 10ਵੇਂ ਪਾਤਸ਼ਾਹ ਨੇ ਕਿਹਾ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਮਹਾਰਾਜ ਨੇ 16,000 ਵਾਰੀ ਉਚਾਰਨ ਕਰ ਦਿੱਤਾ ਸੀ। ਜਾ ਕੀ ਸਰਨ ਪਿਆ ਗਤ ਪਾਈਐ, ਸਾਸ ਸਾਸ ਹਰ ਨਾਮ ਧਿਆਈਐ। ਜਿਸ ਵਾਹਿਗੁਰੂ ਦੀ ਸ਼ਰਨ ਪੈਣ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਜੀਵ ਬੰਧਨਾਂ ਤੋਂ ਮੁਕਤ ਹੋ ਜਾਂਦਾ। ਕਿਉਂਕਿ ਇੱਕ ਪਰਮੇਸ਼ਰ, ਦੂਜੀ ਮਾਇਆ, ਦੋ ਹੀ ਜਾਣੇ ਆ। ਬਾਕੀ ਸਾਰੇ ਜਿੰਨੇ ਮਾਇਆ ਦੇ ਬੰਦੇ ਹੀ ਨੇ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ ਵੀ ਮਾਇਆ ਦੇ ਹੀ ਆ। 6 ਜਤੀ ਮਾਇਆ ਕੇ ਬੰਦਾ, 84 ਸਿੱਧ ਵੀ ਮਾਇਆ ਦੇ ਬੰਦੇ ਆ। ਹੋਰ ਜਿੰਨੇ ਵੀ ਦੁਨੀਆ 'ਚ ਹੋਏ ਨੇ, ਇਹ 3 ਗੁਣਾਂ ਤੱਕ ਹੀ ਸੀਮਤ ਨੇ। ਤਮੋ ਗੁਣ, ਰਜੋ ਗੁਣ, ਸਤੋ ਗੁਣ, ਇਹ ਸਾਰੇ ਮਾਇਆ ਤੱਕ ਹੀ ਹੈ। ਬਹੁਤ ਕੁਝ ਮਾਇਆ ਦੇ ਵਿੱਚ ਹੀ ਸੀਮਤ ਹੈ। ਸਭ ਤੋਂ ਉੱਪਰ ਪਰਮੇਸ਼ਰ, ਇਹਦੇ ਨਾਲ ਮਾਇਆ। ਮਾਇਆ ਦੀ ਸ਼ਕਤੀ ਨੂੰ ਕੋਈ ਕੱਟ ਨਹੀਂ ਸਕਦਾ। ਜੇ ਕੋਈ ਕਹੇ ਕਿ ਮੈਨੂੰ ਮੁਕਤੀ ਦੇ ਦਿਓ, ਦੇਵੀ ਦੇਵਤਿਆਂ ਨੂੰ ਕਹੇ, ਨਹੀਂ ਦੇ ਸਕਦੇ। ਸਤਿਗੁਰੂ ਅਕਾਲ ਪੁਰਖ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ ਕੋਈ ਕਿਸੇ ਦੇ ਬੰਧਨ ਨਹੀਂ ਕੱਟ ਸਕਦਾ, ਵਿਕਾਰਾਂ ਦੇ, ਮਾਇਆ ਦੇ। ਸਾਸ ਸਾਸ ਹਰ ਨਾਮ ਧਿਆਈਐ। ਸਤਿਗੁਰੂ ਕਹਿੰਦੇ ਆਉਂਦੇ ਜਾਂਦੇ ਸਵਾਸ ਨਾਲ, ਇਸ ਕਰਕੇ ਸਿਮਰਨ ਕਰਦੇ ਹੀ ਰਹੋ, ਕਰਦੇ ਹੀ ਰਹੋ, ਸਿਮਰਨ ਨਾ ਛੱਡੋ। ਜਦੋਂ ਤੁਸੀਂ ਸਿਮਰਨ ਮੂਲ ਮੰਤਰ ਗੁਰਬਾਣੀ ਛੱਡ ਦਿੱਤੀ, ਉਸੇ ਵਕਤ ਹੀ ਤੁਹਾਡੇ ਤੇ ਹਮਲਾ ਹੋ ਜਾਣਾ ਮਾਇਆ ਦਾ, ਕਲਯੁਗ ਦਾ, ਵਿਕਾਰਾਂ ਦਾ। ਸਤਿਗੁਰੂ ਉਸੇ ਵਕਤ ਹੀ ਸਿਮਰਨ ਕਰਦੇ ਹੀ ਸਾਡੀ ਸੇਫਟੀ ਸ਼ੁਰੂ ਹੋ ਜਾਂਦੀ ਹੈ। ਤਾਤੀ ਵਾਉ ਨਾ ਲੱਗੇ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਓ। ਰਾਖ ਰੀਤ ਨਖਣ ਹਾਰ ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ। ਆਈਓ ਸਤਿਗੁਰੂ ਕਹਿੰਦੇ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ। ਨਾਨਕ ਪ੍ਰਭ ਅਬਿਨਾਸੀ, ਤਾਕੀ ਸੇਵ ਨਾ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਆਉਂਦੇ ਜਾਂਦੇ ਸਵਾਸ ਨਾਲ ਕੋਸ਼ਿਸ਼ ਕਰੋ ਜੁੜਿਆ ਰਹੇ ਮਨ ਨਾਮ ਦੇ ਵਿੱਚ। ਤਿਸ ਬਿਨ ਹੋਰ ਨਾ ਦੂਜਾ ਠਾਕੁਰ, ਸਭ ਤਿਸੈ ਕੀਆ ਜਾਈ ਜੀਓ। ਉਹਦੇ ਤੋਂ ਬਿਨਾਂ ਦੂਜਾ ਹੋਰ ਕੋਈ ਠਾਕੁਰ ਤੋਂ ਭਾਵ ਮਾਲਕ ਹੁੰਦਾ ਨਹੀਂ ਹੈ। ਮਾਲਕ ਉਤਪਤੀ ਲੈਤਾ ਪਾਲਣਾ ਕਰਨ ਵਾਲਾ ਹੋਰ ਦੂਜਾ ਨਾ ਮੰਨੋ ਕੋਈ। ਇਹ ਸਾਰੀਆਂ ਜਿਹੜੀਆਂ ਜਾਈ ਹੁੰਦੀ ਜਗ੍ਹਾ ਉਸੇ ਵਾਹਿਗੁਰੂ ਦੀ ਹੀ ਨੇ। ਸਭ ਤਿਸੈ ਕੀਆ ਜਾਈ ਜੀਓ। ਸਾਰੀਆਂ ਜਗ੍ਹਾ ਪਰਮੇਸ਼ਰ ਦੀ ਹੀ ਨੇ। ਜਿੱਥੇ ਵੀ ਹੈ ਵਾਹਿਗੁਰੂ ਆਪ ਹੀ ਹਾਜ਼ਰ ਨਾਜ਼ਰ ਨੇ। ਇੱਕ ਜਪਣ ਨਾਲ ਸਾਰੇ ਵਿੱਚ ਆ ਜਾਂਦੇ ਨੇ। ਤੇ ਜੇ ਸਿਆਣੇ ਕਿਹਾ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਆ ਜਾਂਦੀਆਂ ਨੇ। ਜਿਵੇਂ ਮਹਾਂਪੁਰਖਾਂ ਨੇ ਉਹਨਾਂ ਨਾਲ ਰਹਿੰਦੇ ਸੀਗੇ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨਾਲ ਰਾਗੀ ਗੁਰਬਚਨ ਸਿੰਘ ਜੀ ਉੱਪਲਹੇੜੀ ਰਾਜਪੁਰੇ ਕੋਲ ਪੈਂਦਾ ਪਿੰਡ, ਚੜ੍ਹਾਈ ਕਰ ਗਏ ਹੁਣ ਤਾਂ। ਉਹ ਬ੍ਰਹਮ ਗਿਆਨ ਤੱਕ ਚਲੇ ਗਏ ਸੀ। ਉਹ ਕਹਿੰਦੇ ਸੀ, ਮਹਾਂਪੁਰਖਾਂ ਨੇ ਮੈਨੂੰ ਇੱਕ ਵਾਰ ਪੁੱਛਿਆ, ਗੁਰਬਚਨ ਸਿੰਘ ਭਾਈ ਇੱਕ ਕੰਮ ਕਰਨਾ ਕਿ 100 ਕਰਨਾ? ਕਹਿੰਦੇ ਮੈਂ ਸੋਚ ਕੇ ਕਿਹਾ ਜੀ ਇੱਕੋ ਹੀ ਕਰਾ ਲਓ। ਕਹਿੰਦੇ ਚੰਗਾ ਭਾਈ, ਇੱਕ ਜੇ ਕਰੇਗਾ ਤਾਂ 100 ਆਪੇ ਹੀ ਹੋ ਜਾਇਆ ਕਰੂ।
ਜੇ 100 ਮੰਗਣਾ ਫਿਰ ਇੱਕ ਨਹੀਂ ਹੁੰਦਾ। ਜੇ ਆਪਾਂ ਨਾਮ ਦੀ ਦਾਤ ਮੰਗ ਲਈਏ, ਨਾਮ ਦੇ ਆਸਰੇ ਆਪਾਂ ਸਾਰੇ ਕੰਮ ਬਾਕੀ ਦੇ ਕਰ ਸਕਦੇ ਹਾਂ, ਪਰ ਸਾਰੇ ਕੰਮਾਂ ਦੇ ਆਸਰੇ ਨਾਮ ਨਹੀਂ ਜਪ ਸਕਦੇ, ਕਿਉਂਕਿ ਕੰਮਾਂ ਨੇ ਸਾਨੂੰ ਨਾਮ ਨਹੀਂ ਜਪਣ ਦੇਣਾ। ਇਸ ਕਰਕੇ ਸਤਿਗੁਰੂ ਕਹਿੰਦੇ ਵਾਹਿਗੁਰੂ ਸਰਬ ਵਿਆਪਕ ਪਰਿਪੂਰਨ ਦੇ ਇਹੀ ਆਸਰੇ ਮੰਗੋ ਕਿ ਨਾਮ ਦੀ ਦਾਤ ਹੀ ਬਖਸ਼ੋ। ਤੇਰਾ ਮਾਣ ਤਾਣ ਪ੍ਰਭ ਤੇਰਾ, ਤੂੰ ਸੱਚਾ ਸਾਹਿਬ ਗੁਣੀ ਗਹਿਰਾ। ਇਹ ਵਾਹਿਗੁਰੂ ਸਾਨੂੰ ਤੇਰਾ ਹੀ ਮਾਣ ਹੈ। ਹੁਣ ਮਾਣ ਕਿੱਥੇ ਹੈ? ਮਨ ਦੇ ਅੰਦਰ। ਅਤੇ ਤੇਰਾ ਹੀ ਤਾਣ ਹੈ। ਤਾਣ ਕਾਹਦੇ ਚ ਹੁੰਦਾ? ਸਰੀਰ ਵਿੱਚ ਬਲ। ਤੂੰ ਸੱਚਾ ਸਾਹਿਬ ਗੁਣੀ ਗਹਿਰਾ, ਮੇਰਾ ਸੱਚਾ ਮਾਲਕ ਹੈ ਤੇ ਸਭ ਗੁਣਾਂ ਦਾ ਗਹਿਰਾ ਕਹਿ ਲਈਏ ਖਜ਼ਾਨਾ ਜਾਂ ਸਮੁੰਦਰ ਹੈ। ਨਾਨਕ ਦਾਸ ਕਹੈ ਬੇਨੰਤੀ, ਆਠ ਪਹਿਰ ਤੁਧ ਧਿਆਈ ਜੀਓ। ਸਤਿਗੁਰੂ ਸੱਚੇ ਪਾਤਸ਼ਾਹ ਕਥਨ ਕਰਦੇ ਇਸ ਤਰ੍ਹਾਂ ਕਿ ਮੈਂ ਦਾਸ ਤਾਂ ਇਹੀ ਬੇਨਤੀ ਕਹਿਣਾ ਜੀ। ਸਿਖਾਉਂਦੇ ਤਾਂ ਆਪਾਂ ਨੂੰ ਨੇ, ਗੁਰਾਂ ਨੂੰ ਤਾਂ ਲੋੜ ਨਹੀਂ, ਗੁਰੂ ਤਾਂ ਆਪ ਹੀ ਸਤਿਗੁਰੂ ਨਿਰੰਕਾਰ ਪਰਮੇਸ਼ਰ ਨੇ ਅਵਤਾਰ ਧਾਰਿਆ ਹੋਇਆ। ਸਿਖਾਉਂਦੇ ਹਨ ਆਪਾਂ ਨੂੰ ਸਤਿਗੁਰੂ ਮਹਾਰਾਜ ਅੱਗੇ ਬੋਲ ਕੇ, ਜਿਵੇਂ ਬੱਚੇ ਨੂੰ ਕਹਿੰਦੇ ਜੇ ਜੀ ਕਹੀ ਜਾਓ ਫਿਰ ਬੱਚਾ ਵੀ ਜੀ ਜੀ ਕਹਿਣ ਲੱਗ ਜਾਂਦਾ। ਬੱਚਾ ਖੂਹ ਦੀ ਆਵਾਜ਼ ਹੁੰਦਾ, ਉਹਨੂੰ ਗਾਲਾਂ ਕੱਢਣ ਲੱਗ ਜਾਓ ਗਾਲਾਂ ਸਿੱਖ ਜਾਂਦਾ। ਜੇ ਬੱਚੇ ਨੂੰ ਛੋਟੇ ਹੁੰਦੇ ਨੂੰ ਆਓ ਜੀ, ਬੈਠੋ ਜੀ, ਆਓ ਜੀ, ਕਿੱਧਰ ਗਏ ਸੀ ਜੀ, ਉਹਦੀ ਬੋਲੀ ਵੀ ਮਿੱਠੀ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ ਨੇ ਮੈਂ ਦਾਸ ਤਾਂ ਜੀ ਇਹੀ ਬੇਨਤੀ ਕਹਿੰਦਾ ਜੀ। ਇਉਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਅੱਗੇ ਬੇਨਤੀ ਕਰਨੀ, ਨਾਨਕ ਦਾਸ ਕਹਿ ਬੇਨੰਤੀ। ਕੀ ਮੰਗਦੇ ਹੋ ਭਾਈ? ਆਠ ਪਹਿਰ ਤੁਧ ਧਿਆਈ ਜੀਓ। ਇਹ ਕਿਰਪਾ ਕਰੋ ਜੀ ਮੈਂ 8 ਪਹਿਰ ਹੀ ਆਪ ਜੀ ਨੂੰ ਧਿਆਉਂਦਾ ਰਹਾਂ ਦਿਲ ਦੀ ਭਾਵਨਾ ਨਾਲ, ਹੋਰ ਸਭ ਕੁਝ ਭੁੱਲ ਜਾਵਾਂ, ਇਹ ਵੀ ਨਾਲ ਕਿਰਪਾ ਕਰ ਦਿਓ। ਸਭ ਕੁਝ ਭੁੱਲ ਕੇ ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਧੰਦਾ ਸਭ ਜਲਾਏ ਕਾ ਏਕਾ ਨਾਮ, ਏਕਾ ਆਸ ਕਮਾਓ।